कर दिए शुरू जी। आ जाओ आ जाओ। कर दिए ਤੁਹਾਡਾ ਸਾਰਿਆਂ ਦਾ ਉਰੇ ਆਉਣ ਤੇ ਬਹੁਤ ਬਹੁਤ ਧੰਨਵਾਦ। ਅੱਜ ਮੇਰੇ ਨਾਲ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਸਾਡੇ ਸਪੋਕਸ ਪਰਸਨ ਸ਼ਮਿੰਦਰ ਕੌਰ ਜੀ ਤੇ ਸਾਡੇ ਯੂਨੀਵਰਸਿਟੀ ਦੇ ਕੈਂਪਸ ਪ੍ਰੈਜ਼ੀਡੈਂਟ ਭੂਰਾ ਜੀ, ਇਹ ਦੋਨੋਂ ਮੌਜੂਦ ਨੇ। ਅੱਜ ਪੰਜਾਬ ਦੇ ਇੱਕ ਬਹੁਤ ਅਹਿਮ ਮਸਲਾ, ਜਾਂ ਮੈਂ ਕਹੂੰਗਾ ਕਿ ਕਿਸ ਤਰੀਕੇ ਸਾਡੀ ਪੰਜਾਬ ਸਰਕਾਰ ਪੰਜਾਬ ਦੇ ਵਿੱਚ ਕੰਮ ਕਰ ਰਹੀ ਹੈ, ਉਹਦੇ ਤੇ ਥੋੜਾ ਜਿਹਾ ਚਾਨਣਾ ਪਾਵਾਂਗੇ। ਦੇਖੋ ਨੇ ਥੋੜੇ ਦਿਨ ਪਹਿਲਾਂ ਪੰਜਾਬ ਸਰਕਾਰ ਨੇ ਉਰੇ ਬਿਲਕੁਲ ਚੰਡੀਗੜ੍ਹ ਦੀ ਜੜ ਦੇ ਵਿੱਚ ਇੱਕ ਰਿਜ਼ੋਰਟ ਹੈ, ਫੋਰੈਸਟ ਹਿੱਲ ਰਿਜ਼ੋਰਟ। ਪੰਜਾਬ ਸਰਕਾਰ ਦਾ ਜਿਹੜਾ ਪੋਲਿਊਸ਼ਨ ਡਿਪਾਰਟਮੈਂਟ ਹੈ ਉਹ 5/9/2023 ਨੂੰ ਇਸ ਰਿਜ਼ੋਰਟ ਨੂੰ ਇੱਕ ਨੋਟਿਸ ਜਾਰੀ ਕਰਦਾ। ਉਹ ਨੋਟਿਸ ਜਾਰੀ ਕਰਕੇ ਇਹ ਰਿਜ਼ੋਰਟ ਦੇ ਉੱਤੇ ਜਿਹੜੀਆਂ ਵਾਇਲੇਸ਼ਨਸ ਕਰਨ ਦੇ ਇਲਜ਼ਾਮ ਲਾਏ ਜਾਂਦੇ ਨੇ। ਇਹ ਦੱਸਿਆ ਜਾਂਦਾ ਹੈ ਕਿ ਬਿਨਾਂ ਪਰਮਿਸ਼ਨਸ ਤੋਂ ਉਰੇ ਰੈਸਟੋਰੈਂਟ ਚੱਲ ਰਹੇ ਨੇ, ਜਿਹੜੀਆਂ ਕਿ ਗਵਰਨਮੈਂਟ ਦੀਆਂ ਗਾਈਡਲਾਈਨਸ ਹੈ ਉਹ ਵਾਇਲੇਟ ਕੀਤੀਆਂ ਜਾ ਰਹੀਆਂ ਨੇ। ਔਰ ਇਮੀਡੀਏਟਲੀ ਇਹਦੇ ਜਿਹੜੇ ਸਾਰੇ ਆਪਰੇਸ਼ਨਸ ਹੈ ਇਸ ਰਿਜ਼ੋਰਟ ਦੇ ਬੰਦ ਕਰ ਦਿੱਤੇ ਜਾਂਦੇ ਨੇ। ਇਹ ਨੋਟਿਸ ਦੇ ਨਾਲ ਉਹਨਾਂ ਨੂੰ ਬੁਲਾਇਆ ਜਾਂਦਾ ਹੈ ਔਰ ਕਿਹਾ ਜਾਂਦਾ ਹੈ ਕਿ ਤੁਸੀਂ ਆਓ ਤੇ ਆਪਣਾ ਸਪਸ਼ਟੀਕਰਨ ਦਿਓ, ਤੇ ਸਤੰਬਰ ਦੇ ਮਹੀਨੇ ਦੇ ਵਿੱਚ ਇਸ ਰਿਜ਼ੋਰਟ ਦੇ ਸਾਰੇ ਆਪਰੇਸ਼ਨਸ ਕਲੋਜ਼ ਕਰ ਦਿੱਤੇ ਜਾਂਦੇ ਨੇ। ਔਰ ਫਿਰ ਉਸ ਤੋਂ ਬਾਅਦ ਇਸ ਰਿਜ਼ੋਰਟ ਦੇ ਵਿੱਚ ਉਹਨਾਂ ਦੇ ਨਾਲ ਉਹਨਾਂ ਦਾ ਜਦੋਂ ਸਪਸ਼ਟੀਕਰਨ ਮੰਗਿਆ ਗਿਆ ਤਾਂ 13 ਅਕਤੂਬਰ ਨੂੰ ਇਹ ਰਿਜ਼ੋਰਟ ਦਾ ਸਪਸ਼ਟੀਕਰਨ ਲਿਆ ਜਾਂਦਾ, ਇਹਦੀ ਲੀਗਲ ਓਪੀਨੀਅਨ ਲਈ ਭੇਜ ਦਿੱਤਾ ਜਾਂਦਾ। ਤੇ ਹਲੇ ਤੱਕ ਜੋ ਮੇਰੀ ਜਾਣਕਾਰੀ ਹੈ, ਹਲੇ ਤੱਕ ਉਹਦੇ ਆਪਰੇਸ਼ਨਸ ਚਲਾਤੇ। ਉਹ ਜਿਹੜਾ ਸਤੰਬਰ ਵਾਲਾ ਆਰਡਰ ਸੀ ਉਹਦਾ ਕੀ ਬਣਿਆ ਇਹ ਕਿਸੇ ਨੂੰ ਦੱਸਿਆ ਨਹੀਂ ਗਿਆ। ਪਰ ਇੰਪੋਰਟੈਂਸ ਇਸ ਗੱਲ ਦੀ ਹੈ ਕਿ ਉਹੀ ਰਿਜ਼ੋਰਟ ਹੈ ਜਿੱਥੇ ਇਸ ਡਿਪਾਰਟਮੈਂਟ ਦੇ ਜਿਹੜੇ ਮਿਨਿਸਟਰ ਸੀ ਮੀਥੇਰ ਸਾਹਿਬ, ਉਹਨਾਂ ਦੀ ਸ਼ਾਦੀ ਦਾ ਫੰਕਸ਼ਨ ਹੋਇਆ 7 ਨਵੰਬਰ ਨੂੰ। ਹੁਣ ਮੇਰਾ ਪੰਜਾਬ ਸਰਕਾਰ ਨੂੰ ਸਿੱਧਾ ਸਵਾਲ ਹੈ ਕਿ ਇਹ ਜਿਹੜਾ ਨੋਟਿਸ ਕੱਢਿਆ ਗਿਆ, ਇਹ ਜਿਹੜਾ ਜਵਾਬ ਲਿਆ ਗਿਆ, ਉਹ ਤੋਂ ਬਾਅਦ ਕੀ ਕਾਰਵਾਈ ਹੋਈ? ਕਿਉਂਕਿ 7 ਨਵੰਬਰ ਨੂੰ ਅਗਰ ਉਸੇ ਵਿਭਾਗ ਦੇ ਮੰਤਰੀ ਸਾਹਿਬ ਇਸ ਰਿਜ਼ੋਰਟ ਦੇ ਵਿੱਚ ਆਪਣੇ ਵਿਆਹ ਦਾ ਫੰਕਸ਼ਨ ਕਰਦੇ ਨੇ, ਕੀ ਇਹ ਕਰਪਸ਼ਨ ਦੇ ਵਿੱਚ ਨਹੀਂ ਫਾਲ ਕਰਦਾ? ਜਿਸ ਰਿਜ਼ੋਰਟ ਨੂੰ ਤੁਸੀਂ ਨੋਟਿਸ ਕੱਢ ਰਹੇ ਹੋ ਤੇ ਜਿਸ ਰਿਜ਼ੋਰਟ ਤੋਂ ਤੁਸੀਂ ਸਪਸ਼ਟੀਕਰਨ ਮੰਗ ਰਹੇ ਹੋ, ਤੁਹਾਡਾ ਮਹਿਕਮਾ ਮੰਗ ਰਿਹਾ ਹੈ, ਤੇ ਉੱਥੇ ਵਿਆਹ ਕੀਤਾ। ਔਰ ਇਹ ਮੰਨਿਆ ਜਾ ਸਕਦਾ ਹੈ ਕਿ ਅਗਰ 7 ਨਵੰਬਰ ਦਾ ਵਿਆਹ ਹੈ ਤਾਂ ਘੱਟੋ ਘੱਟ ਫੋਰੈਸਟ ਹਿੱਲ ਰਿਜ਼ੋਰਟਸ ਤਾਂ ਮੈਨੂੰ ਲੱਗਦਾ ਵੀ 6-6 ਮਹੀਨੇ ਪਹਿਲਾਂ ਬੁਕਿੰਗਾਂ ਹੋ ਜਾਂਦੀਆਂ ਨੇ। ਕੀ ਇਹ ਨੋਟਿਸ ਕਿਸੇ ਤਰ੍ਹਾਂ ਦਾ ਦਬਾਅ ਪਾਉਣ ਦੇ ਲਈ ਕੱਢਿਆ ਗਿਆ ਸੀ? ਕੀ ਇਹ ਨੋਟਿਸ ਦਾ ਪਰਪਸ ਸਿਰਫ ਐਡਾ ਸੀ ਕਿ ਰਿਜ਼ੋਰਟ ਦੇ ਮਾਲਕ ਆ ਕੇ ਮਿਲ ਲੈਣ, ਗੱਲ ਕਰ ਲੈਣ? ਕਿਉਂਕਿ ਹੁਣ ਤਾਂ ਇਹ ਪੁੱਛਿਆ ਜਾਣਾ ਚਾਹੀਦਾ ਕਿ ਭਾਈ ਸਾਹਿਬ ਕੋਈ ਫਾਇਦਾ ਫੂਦਾ ਲਿਆ ਜੇ ਹੈਗਾ, ਜੇ ਤਾਂ ਕੋਈ ਬਿੱਲ ਬੁੱਲ 'ਚ ਘੱਟ ਕਰਤਾ ਉਹਨਾਂ ਨੇ, ਫਿਰ ਤਾਂ ਸਾਨੂੰ ਵੀ ਦੱਸ ਦਿਓ, ਅਸੀਂ ਵੀ ਚੁੱਪ ਕਰ ਜਾਂਦੇ ਹਾਂ। ਨਹੀਂ, ਕਿਤੇ ਨਾ ਕਿਤੇ ਇਹ ਜਿਹੜੀ ਚੇਅਰ ਹੈ, ਇਹ ਚੇਅਰ ਨੂੰ ਡਾਇਗਰੈਸ ਕਰਨ ਵਾਲੀ ਗੱਲ ਹੈ ਕਿ ਅਫੀਸ਼ੀਅਲ ਕਪੈਸਿਟੀ ਦੇ ਵਿੱਚ ਡਰਾਇਆ ਧਮਕਾਇਆ ਜਾ ਰਿਹਾ ਹੈ। ਔਰ ਇਹ ਉਹੀ ਮੰਤਰੀ ਸਾਹਿਬ ਨੇ ਜਿਨ੍ਹਾਂ ਦਾ ਨਾਂ ਅੰਮ੍ਰਿਤਸਰ ਦੇ ਵਿੱਚ ਕੁਲਚਿਆਂ ਦੇ ਵਿੱਚ ਵੀ ਆਇਆ ਸੀ। ਉੱਥੇ ਵੀ ਇਸੇ ਤਰੀਕੇ ਇੱਕ ਹੋਟਲ ਦਾ ਕਮਰਾ ਖਿਲਾਇਆ ਗਿਆ। ਬਾਅਦ ਦੇ ਵਿੱਚ ਜਦੋਂ ਕੋਈ ਪੈਸੇ ਦਾ ਰੌਲਾ ਪਿਆ ਜਾਂ ਉੱਥੇ ਹੋਰ ਕੋਈ ਈਗੋ ਹਰਟ ਹੋਈ, ਉਸ ਹੋਟਲ ਨੂੰ ਵੀ ਬੜੇ ਨੋਟਿਸ ਕੱਢੇ ਗਏ। ਸੋ ਨੋਟਿਸ ਕੱਢਣ ਦੇ ਪੈਮਾਨੇ ਕੀ ਨੇ ਪੰਜਾਬ ਦੇ ਵਿੱਚ? ਇਹ ਮੁੱਖ ਮੰਤਰੀ ਸਾਹਿਬ ਆ ਕੇ ਸਪਸ਼ਟ ਕਰਨ ਕਿ ਜਿਨ੍ਹਾਂ ਹੋਟਲਾਂ ਨੂੰ ਜਾਂ ਜਿਨ੍ਹਾਂ ਰਿਜ਼ੋਰਟਾਂ ਨੂੰ ਨੋਟਿਸ ਕੱਢੇ ਜਾਂਦੇ ਨੇ, ਫਿਰ ਉੱਥੇ ਹੀ ਸਰਕਾਰੀ ਬੰਦੇ ਫੰਕਸ਼ਨ ਕਰ ਲੈਂਦੇ ਨੇ। ਔਰ ਉਸ ਤੋਂ ਬਾਅਦ ਇਹ ਨੋਟਿਸ ਦਾ ਕੀ ਕੀਤਾ ਹੈ ਤੇ ਕੋਈ ਅਗਲੇਰੀ ਕਾਰਵਾਈ ਕੀਤੀ ਗਈ, ਇਹਨੂੰ ਕਲੀਨ ਚਿੱਟ ਦਿੱਤੀ ਗਈ ਜਾਂ ਹਲੇ ਆਪਰੇਸ਼ਨ ਬੰਦ ਹੀ ਪਏ ਨੇ? ਇਹਦਾ ਕੋਈ ਜਵਾਬ ਅਗਰ ਸਰਕਾਰ ਦੇਣਾ ਚਾਹੁੰਦੀ ਹੈ ਤਾਂ ਫਿਰ ਆ ਕੇ ਦੇਵੇ। ਔਰ ਦੂਜੀ ਜਿਹੜੀ ਕਾਰਵਾਈ ਲਾਰੈਂਸ ਬਿਸ਼ਨੋਈ ਨੂੰ ਲੈ ਕੇ ਹੋਈ ਹੈ, ਉਹਦੇ ਉੱਤੇ ਮੇਰੇ ਬਹੁਤ ਵੱਡੇ ਸ਼ੰਕੇ ਤੇ ਸਵਾਲ ਨੇ। ਦੇਖੋ, ਲਾਰੈਂਸ ਬਿਸ਼ਨੋਈ ਉਹ ਸ਼ਖਸ ਹੈ ਜਿਹਦੇ ਉੱਤੇ ਇਲਜ਼ਾਮ ਹੈ ਕਿ ਉਹਨੇ ਸਿੱਧੂ ਮੂਸੇਵਾਲੇ ਦਾ ਕਤਲ ਕਰਵਾਇਆ। ਹਾਲਾਂਕਿ ਉਹ ਇੱਕ ਗੈਂਗਸਟਰ ਹੈ,
बहुत लंबे चौड़े इल्जामां की लिस्ट है, पता नहीं किन्ने क मर्डर्स 'ਚ ना है, फरौतियां दे विच ना लिया जाता है। पर पंजाब दे विच उहदी अहमियत तां है कि उहनूं पंजाब दी जेल दे विच लिया के रखिया गया, क्योंकि उहने सिद्धू मूसेवाले दा मर्डर प्लान कीता ते मर्डर करवाया। और 8 महीने पहलां उहदी एक इंटरव्यू हुंदी है जेल दे विचों, जिहड़ी कि कथित तौर ते कही जाती है कि वह बठिंडा जेल की इंटरव्यू है। उस समय जिदन एक निजी चैनल ने उसकी इंटरव्यू की, उस तो बाद सरकार का DGP का स्पष्टीकरण आया कि यह जिहड़ी इंटरव्यू है ये पंजाब की जेल की नहीं, क्योंकि जिस दिन लॉरेंस बिश्नोई नूं पंजाब लिआंदा गया उस दिन उसका आ लुक सी, उस तो बाद उन्हें आ कपड़े पाए हुए ने जो पंजाब दे विच घुम रहा है। तो DGP साहब के कहण की देर सी, अगले दिन ही दोबारा इंटरव्यू आई, जिहड़ी उहदी लुक DGP साहब ने जारी की, उहदे च इंटरव्यू आई, और DGP साहब मुड़ के अज तक उस गल का स्पष्टीकरण देने के लिए नहीं आए। और 7-8 महीनों तो सरकार उहदी जांच कर रही सी, और सरकार लगातार दावा कर रही है कि जी ये बठिंडा जेल की इंटरव्यू नहीं, ये किते बाहर की इंटरव्यू है, पर कोई उस कमेटी का फाइनल नतीजा नहीं आया। अंत दे विच मानयोग पंजाब ते हरियाणा हाई कोर्ट नूं उहदा सूओ मोटो एक्शन लेना पिया। सूओ मोटो एक्शन लैके उहदे च जवाब तलबी करनी पई। ते हैरानी की गल है, कल जिहड़ा जवाब साडी पंजाब सरकार ने मानयोग पंजाब ते हरियाणा हाई कोर्ट दे विच दाखल कीता है, उहदे च सरकार सिर्फ इन्नी क गल कह सकी है कि जी ये इंटरव्यू पंजाब दी नहीं। देखो 8 महीनों दे विच पंजाब पुलिस इस गल ते स्पष्टीकरण नहीं दे सकी कि अगर ये पंजाब की इंटरव्यू नहीं, अगर ये बठिंडा जेल की इंटरव्यू नहीं, फिर इंटरव्यू कित्थे हुई है। और इन्नी गल कह के हाई कोर्ट तो पल्ला छड़ाउण की कोशिश की गई कि जी ये इंटरव्यू पंजाब की जेल की नहीं, पर फिर उसते मानयोग पंजाब ते हरियाणा हाई कोर्ट ने बहुत सख्त लफ्ज यूज किए। उन्होंने कहा कि इस तरीके का जवाब कि जी ये पंजाब की इंटरव्यू नहीं, ये बठिंडा जेल की इंटरव्यू नहीं, ये काफ़ी नहीं। कि तुसी 8 महीनों दे विच सिर्फ इन्नी की चीज़ पता की है? ये तो पहले दिनों ही पुलिस कह रही है कि जी ये पंजाब की जेल की नहीं, ये बठिंडा जेल की नहीं, और 8 महीनों दे विच हाई कोर्ट ने स्पैसिफिक किया कि सिर्फ पंजाब सरकार ने या पंजाब पुलिस ने एडी की जांच की है। देखो बड़ी नमोशी की गल है, क्योंकि पंजाब के लॉ एंड ऑर्डर के जिहड़े हालात ने वो किसी तो छुपे नहीं। किस तरीके उरे फरौतियां मंगिया जा रही ने, फरौतियां दित्तियां जा रही ने, कतल हो रहे ने, चाहे वह खिडारी होण चाहे व्यापारी होण, पुलिस थाणियां दे उत्ते कब्जा, ये पंजाब की कहानी बन चुकी है। ये पंजाब का एक हिस्सा बन चुके है रूटीन लाइफ का, जो भगवंत मान सरकार की इसनूं देन है। कि सरकार की कोई जिम्मेवारी नहीं, कि सरकार की जिम्मेवारी सिर्फ तो सिर्फ अरविंद केजरीवाल के पिछे घूमना या उन्होंने लीडर बनाने की है? क्योंकि पंजाब ने बहुत खमियाजा भुगतिया है अरविंद केजरीवाल नूं नैशनल लीडर बनाने का। हज़ारां करोड़ रुपया अरविंद केजरीवाल ते खर्चिया गया। साडी सरकार 6 महीने बाहरले सूबियां च घुमदी रही, ते पिछे पंजाब दे हालात कि जेलों चों इंटरव्यू, मुख्यमंत्री का महकमा ते हाई कोर्ट नूं पुछना पै रहा है कि इहदे ते जवाब दिओ, उत्थे भी जवाब नहीं, ते असीं खड़े कित्थे हैं? ते साडी सरकार कर की रही है? अज एक नवां इलाही फरमान साडी सरकार ने जारी किया, वो है कि पंजाब दे स्कूलों दे विच छुट्टियां कर रही है पंजाब सरकार। कादे करके? कि जी उत्थे मुख्यमंत्री साहब की सिक्योरिटी ने रुकना। मैं हैरान है इस गल ते कि VIP कल्चर के खिलाफ बोलने वाले, VIP कल्चर नूं इह कहण वाले कि जी मैं तो वो दिन लई मुख्यमंत्री बनना चाहुंदा या वो दिन लई राजनीति च आया कि असीं लाइनां दे विच खड़ के सिलेंडर खरीदीए। यही कहंदे हुंदे सी साडे मुख्यमंत्री साहब भगवंत मान साहब। ते हुण आ सरकार दीआं अज 2 नोटिफिकेशनां ये मजीठिया साहब ने भी जारी कीतियां ने, ते मैं तुहानूं भी दस दिना। पहली नोटिफिकेशन है कि 16/12 नूं पेरेंट टीचर मीटिंग रखी जाए। बहुत चंगा, मैं कहना कि अगे भी हुंदा आया है, पेरेंट टीचर मीटिंग सरकारी स्कूलों च हुंदियां आईयां ने, पर यह बदलाव वाली सरकार ने पहली बार किया कि पेरेंट टीचर मीटिंग नूं कैंसल करके ये नवां फरमान जारी होया कि स्कूल दे विच छुट्टी कर दिओ। क्यों कर दिओ? क्योंकि उत्थे मुख्यमंत्री साहब की रैली है ते मुख्यमंत्री साहब की सिक्योरिटी ने रुकना। तुसीं देखो भी कदे किसी ने
ਇਹ 70 ਸਾਲਾਂ ਦੇ ਵਿੱਚ ਦੇਖਿਆ ਸੀ ਕਿ ਸਕੂਲਾਂ 'ਚ ਇਸ ਤਰੀਕੇ ਛੁੱਟੀਆਂ ਕਰਾਈਆਂ ਜਾਣ ਤਾਂ ਕਿ ਮੁੱਖ ਮੰਤਰੀ ਦੀ ਸਿਕਿਉਰਿਟੀ ਉੱਥੇ ਠਹਿਰ ਸਕੇ। ਇਹਦੀ ਜਵਾਬਦੇਹੀ ਕੌਣ ਦੇਊਗਾ? ਮੁੱਖ ਮੰਤਰੀ ਸਾਹਿਬ ਦੇਣਗੇ, ਐਜੂਕੇਸ਼ਨ ਮਿਨਿਸਟਰ ਸਾਹਿਬ ਦੇਣਗੇ, ਕਿਉਂਕਿ ਕਿਤੇ ਨਾ ਕਿਤੇ ਇਹ ਪੰਜਾਬ ਦੇ ਬੱਚਿਆਂ ਦੇ ਨਾਲ ਧੋਖਾ, ਇਹ ਉਹਨਾਂ ਦੇ ਭਵਿੱਖ ਦੇ ਨਾਲ ਖੇਡਣਾ। ਸੋ ਇਹਦੇ ਉੱਤੇ ਵੀ ਮੈਂ ਮੰਗਦਾ ਜਵਾਬ ਕਿ ਸਰਕਾਰ ਜਵਾਬ ਦੇਵੇ, ਕਿਉਂਕਿ ਆਏ ਦਿਨ ਸਰਕਾਰ ਦੇ ਉੱਤੇ ਲਗਾਤਾਰ ਇਸ ਤੇ ਬਹੁਤ ਜ਼ਿਆਦਾ ਸਵਾਲ ਉੱਠ ਰਹੇ ਨੇ। ਸੋ ਇਸ ਤਰੀਕੇ ਦੀਆਂ ਜਿਹੜੀਆਂ ਕਾਰਵਾਈਆਂ ਸਾਡੀ ਪੰਜਾਬ ਸਰਕਾਰ ਕਰ ਰਹੀ ਹੈ, ਇਹਦੀ ਜਵਾਬਦੇਹੀ ਕਿਹਦੀ ਹੈ? ਕਿਉਂਕਿ ਅਨਐਮਪਲੋਇਮੈਂਟ ਵੱਧਦੀ ਜਾ ਰਹੀ ਹੈ ਹਰ ਇੱਕ ਸੈਕਟਰ ਦੇ ਵਿੱਚ, ਚਾਹੇ ਉਹ ਗਵਰਨਮੈਂਟ EMPLOYEES ਨੇ ਜਿਹੜੇ ਮੁੱਖ ਮੰਤਰੀ ਦਾ ਕਿਸੇ ਸਮੇਂ ਸਵਾਗਤ ਕਰਦੇ ਹੁੰਦੇ ਸੀ, ਅੱਜ ਉਹ ਮੁੱਖ ਮੰਤਰੀ ਮੁਰਦਾਬਾਦ ਦੇ ਨਾਰੇ ਲਾ ਰਹੇ ਨੇ ਸੈਕਟਰੀਏਟ ਦੇ ਵਿੱਚ। ਕੀ ਇਹ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਨਹੀਂ? ਕੀ ਮੁੱਖ ਮੰਤਰੀ ਦਾ ਕੰਮ ਸਿਰਫ ਤੇ ਸਿਰਫ ਇਵੈਂਟਸ ਕਰਨਾ ਹੈ? ਕੀ ਮੁੱਖ ਮੰਤਰੀ ਦਾ ਕੰਮ ਸਿਰਫ ਤੇ ਸਿਰਫ ਪੰਜਾਬ ਦਾ ਪੈਸਾ ਫੂਕ ਕੇ ਪੰਜਾਬ ਦੀਆਂ ਪੁਰਾਣੀਆਂ ਬਾਦਲ ਸਾਹਿਬ ਦੀਆਂ ਚੱਲ ਰਹੀਆਂ ਸਕੀਮਾਂ ਨੂੰ ਦੁਬਾਰਾ ਇਵੈਂਟ ਕਰਕੇ ਦੱਸਣਾ ਕਿ ਪੰਜਾਬ ਦੇ ਵਿੱਚ ਇਹ ਸਕੀਮ ਚੱਲ ਰਹੀ ਹੈ? ਆਟਾ ਦਾਲ ਸਕੀਮ ਹੋਵੇ ਜਾਂ ਪੰਜਾਬ ਦੇ ਵਿੱਚ ਜਿਹੜੀ ਤੀਰਥ ਯਾਤਰਾ ਹੈ, ਇਹ ਸਾਰੀਆਂ ਬਾਦਲ ਸਾਹਿਬ ਦੀਆਂ ਸਕੀਮਾਂ ਨੇ। ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਆਪਣਾ ਕੀ ਕੀਤਾ? ਸੋ ਇਹ ਮੁੱਦਿਆਂ ਤੇ, ਇਹ ਜਿਹੜੇ 3 ਅਹਿਮ ਮੁੱਦੇ ਨੇ, ਇਹਨਾਂ ਤੇ ਅੱਜ ਮੈਂ ਪੰਜਾਬ ਸਰਕਾਰ ਦਾ ਸਪਸ਼ਟੀਕਰਨ ਮੰਗਦਾ। ਹਾਲਾਂਕਿ ਹੁਣੀ ਮੈਨੂੰ ਇਹ ਦੱਸ ਰਹੇ ਨੇ ਕਿ ਕੋਈ ਦੁਬਾਰਾ ਫੇਰ ਇਹ ਰੌਲਾ ਪੈਣ ਤੋਂ ਬਾਅਦ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ। ਜ਼ਿਲ੍ਹਾ ਸਿੱਖਿਆ ਅਫਸਰ ਦੋਨੋਂ ਸੀਨੀਅਰ ਸੈਕੰਡਰੀ ਤੋਂ ਜਵਾਬ ਮੰਗ ਲਿਆ ਗਿਆ ਕਿ ਤੁਸੀਂ ਕਿਸ ਦੇ ਕਹਿਣ ਤੇ ਨੋਟਿਸ ਜਾਰੀ ਕੀਤਾ ਹੈਗਾ, ਔਰ ਸੀਐਮ ਦੇ ਵੱਲੋਂ ਜਦੋਂ ਤੁਹਾਨੂੰ ਕਿਹਾ ਨਹੀਂ ਗਿਆ ਤਾਂ ਨੋਟਿਸ ਜਾਰੀ ਕਿਉਂ ਹੋਇਆ? ਜੇਕਰ ਜਵਾਬ ਤਲਬੀ ਨਹੀਂ ਹੁੰਦੀ ਤਾਂ ਤੁਹਾਡੇ ਖਿਲਾਫ ਡਿਸਪਲਿਨਰੀ ਐਕਸ਼ਨ ਲਿਆ ਜਾ ਸਕਦਾ। ਦੇਖੋ, ਇਹ ਆਪਣੇ ਆਪ 'ਚ ਇਹ ਤੋਂ ਵੀ ਮੰਦਭਾਗਾ ਕਿ ਜਦੋਂ ਆਪਣੀ ਸਰਕਾਰ ਦੇ ਪੁੱਠੇ ਫੈਸਲਿਆਂ ਦਾ ਵਿਰੋਧ ਹੋਵੇ ਤੇ ਉਹਦੀ ਗਾਜ ਅਫਸਰਾਂ ਤੇ ਸਿੱਟਣੀ, ਇਹ ਮੇਰੇ ਹਿਸਾਬ ਨਾਲ ਇਹ ਤੋਂ ਮੰਦਭਾਗੀ ਗੱਲ ਨਹੀਂ ਕਿ ਰੈਲੀ ਹੋਵੇ ਮੁੱਖ ਮੰਤਰੀ ਦੀ, ਸਿਕਿਉਰਿਟੀ ਮੁੱਖ ਮੰਤਰੀ ਦੀ ਠਹਿਰਨੀ ਹੋਵੇ, ਅਫਸਰ ਤੋਂ ਤੁਸੀਂ ਕਹਿ ਕੇ ਨੋਟੀਫਿਕੇਸ਼ਨ ਕਢਾਓ ਤੇ ਫਿਰ ਜਦੋਂ ਰੌਲਾ ਪੈ ਜੇ ਤੇ ਉਸ ਅਫਸਰ ਤੇ ਐਕਸ਼ਨ ਲਓ। ਮੈਂ ਤਾਂ ਅਫਸਰ ਨੂੰ ਵੀ ਕਹੂੰਗਾ ਕਿ ਜੇ ਉਹਦੇ ਕੋਲੇ ਇਹ ਚੀਜ਼ਾਂ ਦਾ ਕੋਈ ਪ੍ਰੂਫ ਹੈ, ਉਹ ਜਨਤਕ ਵੀ ਕਰਨ ਕਿ ਕਿਹਦੇ ਆਰਡਰਾਂ ਤੇ ਨੋਟਿਸ ਨਿਕਲੇ ਸੀ, ਕਿਉਂਕਿ ਸਰਕਾਰ ਦੇ ਆਰਡਰ ਤੋਂ ਬਿਨਾਂ ਮੈਂ ਨਹੀਂ ਸਮਝਦਾ ਕਿ ਕਿਸੇ ਅਫਸਰ ਦੀ ਐਡੀ ਜ਼ਰੂਰਤ ਹੈ ਕਿ ਉਹ ਇਹ ਕਹਿ ਦੇ ਕਿ ਜੀ ਮੁੱਖ ਮੰਤਰੀ ਦੀ ਸਿਕਿਉਰਿਟੀ ਨੇ ਰੁਕਣਾ, ਸਕੂਲ ਖਾਲੀ ਕਰਾ ਦਿਓ। ਸੋ ਸਿੱਖਿਆ ਮੰਤਰੀ ਤੋਂ ਘੱਟ ਇਹ ਆਰਡਰ ਨਹੀਂ ਹੋ ਸਕਦੇ। ਸੋ ਇਹ ਤਿੰਨੋਂ ਗੱਲਾਂ ਦੇ ਜਿਹੜੇ ਜਵਾਬ ਨੇ ਉਹ ਪੰਜਾਬ ਸਰਕਾਰ ਆ ਕੇ ਦਵੇ, ਕਿਉਂਕਿ ਇਹ ਬਹੁਤ ਸੀਰੀਅਸ ਲੈਪਸ ਹੈ। ਚਾਹੇ ਆਪਣੇ ਮੰਤਰੀ ਦੀ ਪੋਜੀਸ਼ਨ ਦਾ ਨਜਾਇਜ਼ ਇਸਤੇਮਾਲ ਕਰਨਾ, ਫੇਵਰਸ ਲੈਣੇ, ਜਾਂ ਇਸ ਤਰੀਕੇ ਸਕੂਲਾਂ ਦੇ ਵਿੱਚ ਛੁੱਟੀਆਂ ਕਰਨੀਆਂ, ਜਾਂ ਹਾਈ ਕੋਰਟ ਦੇ ਵਿੱਚ ਗਲਤ ਐਫੀਡੇਵਿਟ ਦਾਖਲ ਕਰਕੇ ਆਪਣਾ ਪਿੱਛਾ ਛੁਡਾਉਣਾ, ਇਹ ਤਿੰਨੋਂ ਪੰਜਾਬ ਦੇ ਅੱਜ ਦੇ ਬਹੁਤ ਸੀਰੀਅਸ ਇਸ਼ੂਜ਼ ਨੇ। ਇਹ ਤਿੰਨਾਂ ਇਸ਼ੂਜ਼ ਤੇ ਮੈਂ ਕਹਿੰਦਾ ਕਿ ਇਸ਼ੂ ਬੇਸਡ ਆ ਕੇ ਜਵਾਬ ਦਿਓ। ਅਕਾਲੀ ਦਲ ਤੇ ਹੁਣ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਜਿਹੜੀ ਮਾਫੀ ਮੰਗੀ ਆ, ਉਹਨੂੰ ਲੈ ਕੇ ਬੜੇ ਸਵਾਲ ਕਰ ਰਹੇ ਨੇ। ਕਾਂਗਰਸ ਸਾਫ਼ ਤੌਰ ਤੇ ਕਹਿ ਰਹੀ ਹੈ, ਕਹਿੰਦੇ ਕਿ ਮਾਫੀ ਹੁਣ ਪੰਥਕ ਲੋਕਾਂ ਤੋਂ ਨਹੀਂ ਜਾਂ ਸੰਗਤ ਤੋਂ ਨਹੀਂ ਮੰਗ ਰਹੇ, ਸਗੋਂ ਭਾਜਪਾ ਤੋਂ ਮੰਗ ਰਹੇ ਕਿ ਦੁਬਾਰਾ ਗੱਠਜੋੜ ਕਰ ਲਿਆ ਜਾਵੇ। ਕੌਣ ਕਹਿ ਰਿਹਾ ਜੀ? ਪ੍ਰਤਾਪ ਸਿੰਘ ਬਾਜਵਾ ਦਾ ਬਿਆਨ। ਦੇਖੋ ਪੁਗਲ ਸਾਹਿਬ, ਪਹਿਲਾਂ ਤਾਂ ਮੈਂ ਇਸ ਗੱਲ ਤੇ ਪੁੱਛਣਾ ਚਾਹੁੰਦਾ ਕਿ ਕਾਂਗਰਸ ਵੀ ਸਿੱਖੀ ਦੇ ਉੱਤੇ ਕੁਝ ਬੋਲੂਗੀ? ਕਾਂਗਰਸ ਵੀ ਸਾਡੀ ਮਰਿਆਦਾ ਹੈ, ਜਿਹੜੀ ਸਿੱਖਾਂ ਦੀ ਕੋਈ ਮਰਿਆਦਾ ਚੱਲੀ ਆ ਰਹੀ ਹੈ, ਕਿ ਅਕਾਲ ਤਖਤ ਸਾਹਿਬ ਦੇ ਬਾਰੇ ਕੀ ਕਾਂਗਰਸ ਵੀ ਬੋਲੂਗੀ? ਉਹ ਜਮਾਤ ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਢਹਿ ਢੇਰੀ ਕਰਤਾ, ਜਿਨ੍ਹਾਂ ਨੇ ਉੱਥੇ ਟੈਂਕਾਂ ਤੋਪਾਂ ਚੜਾ ਕੇ, ਹੁਣ ਕਾਂਗਰਸ ਵੀ ਇਹ ਚੀਜ਼ ਦੱਸਿਆ ਕਰੂਗੀ ਕਿ ਮਾਫੀ ਸਿੱਖ ਨੇ ਕਿਵੇਂ ਮੰਗਣੀ ਹੈ, ਕਿ ਹੁਣ ਮਾਫੀ ਵੀ ਵਾਇਆ ਗਾਂਧੀ ਪਰਿਵਾਰ ਸਿੱਖ ਮੰਗਣਗੇ? ਸੋ ਮੈਂ ਕਾਂਗਰਸ ਨੂੰ, ਪ੍ਰਤਾਪ ਬਾਜਵਾ ਸਾਹਿਬ ਨੂੰ ਕਹੂੰਗਾ ਕਿ ਤੁਸੀਂ ਧਾਰਮਿਕ ਗੱਲਾਂ ਤੇ ਤਾਂ ਬੋਲਿਆ ਹੀ ਨਾ ਕਰੋ। ਮੈਨੂੰ ਲੱਗਦਾ ਕਾਂਗਰਸ ਦੇ ਤਾਂ ਬੁਲਾਰਿਆਂ ਦੇ ਮੂੰਹ ਚੋਂ ਸ਼ੋਭਾ ਹੀ ਨਹੀਂ ਦਿੰਦਾ, ਕਿਉਂਕਿ 84 ਦੀ ਕਾਤਲ ਕਾਂਗਰਸ, ਦਰਬਾਰ ਸਾਹਿਬ ਤੇ ਅਟੈਕ ਕਰਨ ਵਾਲੀ ਕਾਂਗਰਸ। ਸੋ ਕਾਂਗਰਸ ਸਾਨੂੰ ਕਿਸੇ ਵੀ ਤਰ੍ਹਾਂ ਦੀ ਕਾਂਗਰਸ ਨਸੀਹਤ ਨਾ ਦੇਵੇ ਘੱਟੋ ਘੱਟ। ਸੀਐਮ ਦੀ ਸਟੇਟਮੈਂਟ ਆਈ ਹੈ ਕਿ ਅਪਰਾਧ ਦੀ ਕੋਈ ਮਾਫੀ ਨਹੀਂ ਹੁੰਦੀ, ਕਹਿੰਦੇ ਪੰਜਾਬ ਮਾਫ ਨਹੀਂ ਕਰਦਾ। ਦੇਖੋ, ਮੈਂ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਸਾਹਿਬ ਦਾ ਕੱਲ ਦਾ ਬਿਆਨ ਜਿਹੜਾ ਤੁਸੀਂ ਕੋਟ ਕਰ ਰਹੇ ਹੋ, ਮੈਂ ਭਗਵੰਤ ਮਾਨ ਸਾਹਿਬ ਦਾ ਵੀ ਬਿਆਨ ਸੁਣਿਆ। ਕਹਿੰਦੇ ਗੁਨਾਹ ਦੀ ਕਹਿੰਦੇ ਮਾਫੀ ਨਹੀਂ ਹੁੰਦੀ। ਮੈਂ ਮੁੱਖ ਮੰਤਰੀ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਕੱਲ ਅਕਾਲ ਤਖਤ ਸਾਹਿਬ ਦੀ ਹਦੂਦ ਦੇ ਵਿੱਚ ਖੜੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਦੇ 103ਵੇਂ ਸਥਾਪਨਾ ਦਿਵਸ ਤੇ ਇਹ ਗੱਲ ਕੀਤੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਜਿਹੜੀਆਂ ਬੇਅਦਬੀਆਂ ਹੋਈਆਂ, ਬਹੁਤ ਮੰਦਭਾਗੀ ਗੱਲ ਹੈ। ਔਰ ਤੁਸੀਂ, ਮੈਨੂੰ ਲੱਗਦਾ ਮੇਰੀਆਂ ਹੀ ਕਿੰਨੀਆਂ ਪ੍ਰੈਸ ਕਾਨਫਰੰਸਿਸ ਅਟੈਂਡ ਕੀਤੀਆਂ ਹੋਣੀਆਂ, ਮੈਂ ਹਰ ਇੱਕ ਪ੍ਰੈਸ ਕਾਨਫਰੰਸ ਜਿੱਥੇ ਇਹ ਗੱਲ ਕੀਤੀ ਉੱਥੇ ਕਿਹਾ ਕਿ ਦਿਲੋਂ ਅਫਸੋਸ ਹੈ
ਕਿ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਇਹ ਚੀਜ਼ ਹੋਈ, ਸਰਕਾਰ ਦਾ ਫੇਲੀਅਰ, ਇੰਟੈਲੀਜੈਂਸ ਏਜੰਸੀਆਂ ਦਾ ਫੇਲੀਅਰ। ਔਰ ਉਹਦੇ ਲਈ ਕੱਲ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇੱਕ ਨਿਮਾਣੇ ਸਿੱਖ ਵਾਂਗੂ ਅਕਾਲ ਤਖਤ ਸਾਹਿਬ ਦੇ ਸਨਮੁਖ ਹੋ ਕੇ ਪੱਲਾ ਅੱਡ ਕੇ ਆਪਣੀ ਝੋਲੀ 'ਚ ਮਾਫੀ ਮੰਗੀ ਹੈ ਕਿ ਅਗਰ ਸਰਕਾਰ ਦੀਆਂ ਗਲਤੀਆਂ ਸੀ, ਅਸੀਂ ਮੰਨਦੇ ਹਾਂ ਕਿ ਪੰਥਕ ਸਰਕਾਰ ਸੀ, ਉਹ ਸਰਕਾਰ ਦੇ ਵਿੱਚ ਬੇਅਦਬੀਆਂ ਨਹੀਂ ਰੋਕ ਸਕੇ, ਇਹ ਬਹੁਤ ਮੰਦਭਾਗੀ ਗੱਲ ਹੈ। ਪਰ ਮੁੱਖ ਮੰਤਰੀ ਸਾਹਿਬ ਨੂੰ ਮੇਰਾ ਇੱਕ ਸਵਾਲ ਹੈ ਕਿ ਉਹ ਜਿਹੜੀ ਬੇਅਦਬੀ ਹੈ ਉਹ ਤੇ ਸਿਆਸਤ ਕਰਨ ਵਾਲੇ ਲੋਕਾਂ ਨੇ ਉਹ ਬੇਅਦਬੀਆਂ ਦਾ ਹੱਲ ਕਿਉਂ ਨਹੀਂ ਕੀਤਾ? ਕਾਂਗਰਸ ਨੇ ਬਹੁਤ ਸਿਆਸਤ ਤਾਂ ਕੀਤੀ, ਹਾਲਾਂਕਿ ਮੈਂ ਇਹਨੂੰ ਲੈ ਕੇ ਕਿਸੇ ਵੀ ਇਲਜ਼ਾਮ ਤਰਾਸ਼ੀਆਂ ਦੇ ਦੌਰ 'ਚ ਨਹੀਂ ਪੈਣਾ ਚਾਹੁੰਦਾ। ਕਿ ਉਸ ਤੋਂ ਬਾਅਦ ਪੰਜਾਬ ਬੇਅਦਬੀਆਂ ਤੇ ਮੁਕਤ ਹੋ ਗਿਆ? ਜਿਹੜੇ ਲੋਕਾਂ ਨੇ ਸੌਹਾਂ ਖਾਧੀਆਂ ਖੜ ਕੇ, ਕਾਂਗਰਸ ਦੇ ਰਾਜ ਦੇ ਵਿੱਚ ਪੌਣੇ 200 ਬੇਅਦਬੀ ਹੋਈ, ਤੇ ਜਿਹਦੇ 'ਚ ਸਭ ਤੋਂ ਵੱਡੀ ਬੇਅਦਬੀ ਜਿਹੜੀ ਮੈਂ ਮੰਨਦਾ, ਦੇਖੋ ਹਰ ਇੱਕ ਬੇਅਦਬੀ ਵੱਡੀ ਹੈ, ਪਰ ਅਕਾਲ ਤਖਤ ਸਾਹਿਬ ਦੇ ਹਰਮੰਦਰ ਸਾਹਿਬ ਦਾ ਕੰਪਲੈਕਸ, ਹਰਮੰਦਰ ਸਾਹਿਬ ਸਿੱਖੀ ਦਾ ਧੁਰਾ, ਉਹਦੇ 'ਚ ਚੰਨੀ ਸਰਕਾਰ ਦੇ ਵਿੱਚ ਬੇਅਦਬੀ ਦੀ ਕੋਸ਼ਿਸ਼ ਕੀਤੀ ਗਈ। ਚੰਨੀ ਸਾਹਿਬ ਤੇ ਸੁੱਖੀ ਰੰਧਾਵਾ ਨੇ ਅੰਦਰ ਖੜ ਕੇ ਸਹੁੰ ਖਾਧੀ ਕਿ ਇੱਕ ਹਫ਼ਤੇ 'ਚ ਦੋਸ਼ੀ ਫੜ ਦਿਆਂਗੇ। ਕੀ ਅੱਜ ਤੱਕ ਉਹ ਦੋਸ਼ੀ ਫੜੇ ਗਏ? ਭਗਵੰਤ ਮਾਨ ਸਾਹਿਬ ਦੀ ਸਰਕਾਰ, ਕੀ ਬੇਅਦਬੀਆਂ ਬੰਦ ਹੋ ਗਈਆਂ? ਕੱਲ ਜਿਹੜੇ ਗੁਨਾਹ ਦੀ ਗੱਲ ਕਰ ਰਹੇ ਸੀ, ਭਗਵੰਤ ਮਾਨ ਸਾਹਿਬ ਦੀ ਸਰਕਾਰ ਦੇ ਵਿੱਚ ਮੈਨੂੰ ਇਹ ਗੱਲ ਦੱਸੋ ਕਿ ਮਰਿੰਡੇ 'ਚ ਬੇਅਦਬੀ ਹੋਈ, ਆਨੰਦਪੁਰ ਸਾਹਿਬ ਦੇ ਵਿੱਚ ਬੇਅਦਬੀ ਹੋਈ, ਪਟਿਆਲੇ ਦੇ ਵਿੱਚ, ਸਨੌਰ ਦੇ ਵਿੱਚ ਬੇਅਦਬੀ ਹੋਈ, ਤੇ ਸਭ ਤੋਂ ਵੱਡਾ ਸੁਲਤਾਨਪੁਰ ਲੋਧੀ ਦੇ ਵਿੱਚ 1984 ਤੋਂ ਬਾਅਦ ਅਗਰ ਕਿਸੇ ਗੁਰਦੁਆਰਾ ਸਾਹਿਬ ਦੇ ਵਿੱਚ ਪੁਲਿਸ ਐਂਟਰ ਹੋਈ, ਗੋਲੀਆਂ ਚਲਾਈਆਂ, ਤਾਂ ਭਗਵੰਤ ਮਾਨ ਸਾਹਿਬ ਦੀ ਸਰਕਾਰ, ਹੋਮ ਮਿਨਿਸਟਰ ਕੌਣ, ਤੇ ਫਿਰ ਇਹ ਗੁਨਾਹ ਦਾ ਜਵਾਬ ਕੌਣ ਦੇਊਗਾ? ਕੀ ਭਗਵੰਤ ਮਾਨ ਸਾਹਿਬ ਦੱਸਣਗੇ ਗੁਨਾਹ ਕੀ ਹੈ? ਜਿਨ੍ਹਾਂ ਨੇ ਪੰਜਾਬ ਦੇ ਬੇਦੋਸ਼ੇ ਨੌਜਵਾਨਾਂ ਨੂੰ NSA ਲਾ ਕੇ, ਉਹ ਵੀ ਕਾਂਗਰਸ ਤੋਂ ਬਾਅਦ ਪਹਿਲੀ ਵਾਰੀ ਹੋਇਆ ਕਿ ਪੰਜਾਬ 'ਚ NSA ਲਾ ਕੇ ਪੰਜਾਬ ਤੋਂ ਬਾਹਰਲੀਆਂ ਜੇਲ੍ਹਾਂ ਸਿੱਟ ਤੇ, ਇਹ ਦੱਸਣਗੇ? ਮਤਲਬ ਜਵਾਬ ਤਾਂ ਦੇਣਾ ਪਊਗਾ ਨਾ ਮੁੱਖ ਮੰਤਰੀ ਸਾਹਿਬ ਨੂੰ। ਇਹ ਜਵਾਬ ਤੋਂ ਮੁੱਖ ਮੰਤਰੀ ਸਾਹਿਬ ਭੱਜ ਕਿੱਦਾਂ ਸਕਦੇ ਨੇ? ਇਹਨਾਂ ਦੇ ਬੁਲਾਰੇ ਕਿੱਦਾਂ ਭੱਜ ਸਕਦੇ ਨੇ? ਮੈਂ ਇਸ ਗੱਲ ਤੇ ਬਹੁਤ ਹੈਰਾਨ ਆ। ਔਰ ਦੂਜੀ ਗੱਲ ਹੈ, ਇਹ ਉਹ ਲੋਕ ਨੇ ਜਿਨ੍ਹਾਂ ਨੇ ਹੁਣੀ ਪਿੱਛੇ ਜੇ ਇੱਕ ਫਰਜ਼ੀ ਐਕਟ ਪਾਸ ਕੀਤਾ, ਸੈਂਟਰਲ ਐਕਟ ਨੂੰ ਅਮੈਂਡ ਕੀਤਾ, ਜਿਹੜਾ ਕਿ ਹੁਣ ਰਾਸ਼ਟਰਪਤੀ ਸਾਹਿਬ ਕੋਲੇ ਚਲਾ ਗਿਆ। ਉਹ ਐਕਟ ਦੇ ਵਿੱਚ ਇਹਨਾਂ ਨੇ ਕੀ ਕਿਹਾ ਕਿ ਜੀ ਅਕਾਲ ਤਖਤ ਸਾਹਿਬ ਪੰਜਾਬ ਸਰਕਾਰ ਦੀ ਜੁਰਿਸਡਿਕਸ਼ਨ ਹੈ। ਇਹ ਲੋਕ ਜਿਹੜੇ ਅਕਾਲ ਤਖਤ ਸਾਹਿਬ ਉਹਨੂੰ ਕਹਿੰਦੇ ਨੇ ਕਿ ਪੰਜਾਬ ਸਰਕਾਰ ਦੀ ਜੁਰਿਸਡਿਕਸ਼ਨ ਹੈ, ਇਹ ਲੋਕ ਸਾਨੂੰ ਦੱਸਣਗੇ ਕਿ ਹੁਣ ਬਤੌਰ ਨਿਮਾਣੇ ਸਿੱਖ ਤੇ ਜਿਹੜੀ ਸਾਡੀ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਇੱਕ ਭਾਵਨਾਤਮਕ ਗੱਲ ਹੈ, ਜਿਹੜੀ ਉਹਨਾਂ ਦੀ ਪੰਥ ਤੋਂ ਮਾਫੀ ਹੈ, ਕਿ ਹੁਣ ਕੇਜਰੀਵਾਲ ਦੱਸੂਗਾ ਕਿ ਉਹ ਸਿੱਖਾਂ ਦੀ ਮਰਿਆਦਾ ਕੀ ਹੈ? ਸੋ ਇਹ ਲੋਕ ਘੱਟੋ ਘੱਟ ਜਿਹੜੀਆਂ ਸਾਡੀਆਂ ਪਰੰਪਰਾਵਾਂ ਨੇ, ਜਿਹੜੇ ਸਾਡੇ ਸਿੱਖੀ ਦੇ ਵਿੱਚ ਮਰਿਆਦਾ ਨੇ, ਇਹ ਉਹਨਾਂ ਤੇ ਮੈਂ ਕਹਿੰਦਾ ਲੈਕਚਰ ਨਾ ਦੇਣ। ਬਹੁਤ ਗੱਲਾਂ ਨੇ ਮੈਂ ਕਹਿ ਸਕਦਾ, ਪਰ ਉਹ ਕਿਉਂਕਿ ਕੱਲ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਆਪਣੀ ਸਾਰੀ ਗੱਲ ਲੋਕਾਂ ਦੇ ਵਿੱਚ ਰੱਖਤੀ ਹੈ, ਮੈਂ ਨਹੀਂ ਸਮਝਦਾ ਕਿ ਉਹਦੇ 'ਚ ਹੁਣ ਕਿਸੇ ਵੀ ਕਿਸਮ ਦੀ ਟਿੱਪਣੀ ਦੀ ਲੋੜ ਹੈ। ਸੋ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਬਿਲਕੁਲ ਕਲੀਅਰ ਕਰ ਚੁੱਕੇ ਨੇ। ਪਰ ਹਾਂ, ਮੈਂ ਇੱਕ ਗੱਲ ਜਾਂਦੇ ਜਾਂਦੇ ਜ਼ਰੂਰ ਕਹੂੰਗਾ ਕਿ ਬੇਅਦਬੀਆਂ ਦੇ ਉੱਤੇ ਜ਼ਰੂਰ ਜਿਹੜੀਆਂ ਅੱਜ ਵੀ ਹੋ ਰਹੀਆਂ ਨੇ, ਉਹਨਾਂ ਦੇ ਉੱਤੇ ਸਰਕਾਰਾਂ ਕਾਰਵਾਈ ਕਰਨ। ਕਿਉਂ ਸਰਕਾਰਾਂ ਕਾਰਵਾਈ ਕਰਨ ਦੇ ਵਿੱਚ ਨਾਕਾਮ ਨੇ? ਇਹ ਲਗਾਤਾਰ ਹੋ ਰਹੀਆਂ ਨੇ, ਇਹ ਹਮਲੇ ਲਗਾਤਾਰ ਹੋ ਰਹੇ ਨੇ। ਔਰ ਮੈਂ ਸਿੱਖ ਪੰਥ ਦੀਆਂ ਉਹ ਸ਼ਖਸੀਅਤਾਂ ਨੂੰ ਵੀ ਕਹੂੰਗਾ ਕਿ ਇਹਨਾਂ ਤੇ ਵੀ ਜ਼ੋਰ ਸ਼ੋਰ ਨਾਲ ਆਵਾਜ਼ ਚੱਕਣੀ ਬਣਦੀ ਹੈ, ਕਿਉਂਕਿ ਅੱਜ ਜਿਹੜਾ ਇਹ ਹਮਲਾ, ਇਹ ਹੁਣ ਕੌਮ ਤੇ ਹਮਲਾ ਸ਼ੁਰੂ ਹੋ ਗਿਆ, ਸਾਡੀਆਂ ਧਾਰਮਿਕ ਸੰਸਥਾਵਾਂ ਤੇ ਹਮਲਾ ਸ਼ੁਰੂ ਹੋ ਗਿਆ, ਸਾਡੇ ਗੁਰੂ ਘਰਾਂ ਤੇ ਹਮਲਾ ਸ਼ੁਰੂ ਹੋ ਗਿਆ। ਇਹ ਗੱਲ ਕਿਸੇ ਗਲਤ ਪਾਸੇ ਨੂੰ ਜਾ ਰਹੀ ਹੈ। ਤੇ ਅੱਜ ਇਕੱਠੇ ਹੋ ਕੇ, ਜੋ ਕੱਲ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਕਿਹਾ ਕਿ ਅੱਜ ਇਕੱਠੇ ਹੋ ਕੇ ਇੱਕ ਪਲੇਟਫਾਰਮ ਦੇ ਉੱਤੇ ਆ ਕੇ ਪਹਿਲਾਂ ਅਸੀਂ ਆਪਣੀਆਂ ਸੰਸਥਾਵਾਂ ਬਚਾਈਏ, ਪਹਿਲਾਂ ਜਿਹੜੇ ਹਮਲੇ ਹੋ ਰਹੇ ਨੇ ਇਹਨਾਂ ਨੂੰ ਰੋਕੀਏ। ਇਹ ਜਿਹੜੀਆਂ ਨਿੱਜੀ ਇਲਜ਼ਾਮ ਤਰਾਸ਼ੀਆਂ ਨੇ, ਕੋਈ ਕੀ ਕਹਿੰਦਾ, ਮੈਂ ਉਹਨੂੰ ਮਾਇਨੇ ਨਹੀਂ ਦਿੰਦਾ। ਜਦੋਂ ਇੱਕ ਸਿੱਖ ਨੇ, ਇੱਕ ਗੁਰਸਿੱਖ ਨੇ ਅਕਾਲ ਤਖਤ ਸਾਹਿਬ ਦੀ ਹਦੂਦ ਦੇ ਵਿੱਚ ਖੜੇ ਹੋ ਕੇ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਤੀ, ਤਾਂ ਫਿਰ ਉਹਦੇ ਮੂਹਰੇ ਨਾ ਤਾਂ ਬਾਜਵਾ ਸਾਹਿਬ ਦੀ ਗੱਲ ਕੋਈ ਮੈਟਰ ਕਰਦੀ ਹੈ, ਨਾ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਮੈਟਰ ਕਰਦੀ ਹੈ, ਕਿਉਂਕਿ ਇਹ ਲੋਕ ਆਪਣੇ ਗੁਨਾਹ ਛੁਪਾਉਣ ਲਈ ਬੋਲਦੇ ਤਾਂ ਨੇ। ਪਰ ਮੈਨੂੰ ਨਹੀਂ ਲੱਗਦਾ ਕਿ ਇੱਕ ਗੁਰਸਿੱਖ ਤੇ ਪਰਮਾਤਮਾ ਔਰ ਖਾਸ ਕਰਕੇ ਅਕਾਲ ਤਖਤ ਸਾਹਿਬ ਦੇ ਵਿੱਚ ਇਹ ਲੋਕਾਂ ਦੀ ਕੋਈ ਹੈਸੀਅਤ ਵੀ ਹੈ। ਉਹ ਕਹਿੰਦੇ ਗੁਨਾਹ ਅਸੀਂ ਇਸ ਕਰਕੇ ਕਹਿ ਰਹੇ ਹਾਂ, ਬੇਅਦਬੀਆਂ ਹੋਈਆਂ, ਮੰਨ ਲੈ ਕਿ ਚਲੋ ਨਹੀਂ ਪਤਾ ਲੱਗਦਾ। ਉਸ ਤੋਂ ਬਾਅਦ ਕੋਟਕਪੂਰਾ ਚੌਂਕ ਦੇ ਵਿੱਚ ਸਿੱਖ ਸੰਗਤ ਨਾਲ ਧੱਕਾ ਹੋਇਆ, ਉਹੀ ਪੁਲਿਸ ਪਾਰਟੀ ਉਸ ਤੋਂ ਬਾਅਦ ਅੱਗੇ ਜਾਂਦੀ ਹੈਗੀ ਬਹਿਬਲ ਕਲਾਂ ਵੱਲ ਨੂੰ। ਰਾਸਤੇ ਦੇ ਵਿੱਚ ਦੋ ਨੌਜਵਾਨਾਂ ਦਾ ਕਤਲ ਹੁੰਦਾ ਹੈ, ਜਿਹਦੀਆਂ ਗੋਲੀਆਂ ਚਲਾਈਆਂ ਜਾਂਦੀਆਂ, ਖੋਲ ਦੇ ਨਾਲ ਛੇੜਖਾਨੀ ਕੀਤੀ ਜਾਂਦੀ ਹੈ। ਗਲਤੀ ਉਹ ਹੁੰਦੀ ਹੈ ਜਿਹੜੀ ਅਣਜਾਣੇ 'ਚ ਹੋਵੇ, ਪਰ ਜਿਹੜਾ ਕ੍ਰਾਈਮ ਜਾਣਬੁੱਝ ਕੇ ਕੀਤਾ ਗਿਆ ਹੋਵੇ ਉਸ ਨੂੰ ਗਲਤੀ ਨਹੀਂ ਕਿਹਾ ਜਾ ਸਕਦਾ। ਦੇਖੋ, ਮੈਂ ਫੇਰ ਦੁਬਾਰਾ ਬਹੁਤ ਨਿਮਾਣੇ ਤੌਰ ਤੇ ਇਹਦਾ ਜਵਾਬ ਦਿੰਦਾ। ਮੁੱਖ ਮੰਤਰੀ ਸਾਹਿਬ ਦੀ ਆਪਣੀ SIT ਕੀ ਕਹਿ ਰਹੀ?
ਮੈਂ ਜਥੇਬੰਦੀਆਂ ਨੂੰ ਵੀ ਬੇਨਤੀ ਕਰਦਾ ਕਿ ਇਹਨਾਂ ਦੇ ਦੌਰੇ ਚਿਹਰੇ ਪਛਾਣੋ। ਦੇਖੋ ਇਹ ਕਰ ਕੀ ਰਹੇ ਨੇ। ਮੁੱਖ ਮੰਤਰੀ ਸਾਹਿਬ ਦੀ LK ਯਾਦਵ ਦੀ SIT ਨੇ ਜਿਹੜਾ ਚਲਾਨ ਪੇਸ਼ ਕੀਤਾ, ਉੱਥੇ ਉਹਨਾਂ ਨੇ ਕੀ ਕਿਹਾ ਕਿ ਜਿਹੜੀ ਇਹ ਜਥੇਬੰਦੀਆਂ ਸੀ ਜਿਨ੍ਹਾਂ ਨੇ ਧਰਨਾ ਲਾਇਆ ਸੀ, ਇਹਨਾਂ ਨੇ ਪੁਲਿਸ ਦੀਆਂ 2 SLRਾਂ ਖੋ ਕੇ ਉੱਥੋਂ ਭੱਜੇ ਨੇ। ਇਹ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦਾ ਚਲਾਨ ਕਹਿ ਰਿਹਾ। ਇਹ ਮੈਂ ਨਹੀਂ ਕਹਿ ਰਿਹਾ, ਇਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨਹੀਂ ਕਹਿ ਰਹੀ। ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਅੱਜ ਉਰੇ ਕਹਿਣਾ ਬਣਦਾ, ਕਿਉਂਕਿ ਇਹ ਕੋਈ ਕ੍ਰੈਡਿਟ ਡਿਸਕ੍ਰੈਡਿਟ ਦੀ ਗੱਲ ਨਹੀਂ। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਕੋਲੇ ਇਹ ਜਾਂਚ ਸਿਰਫ 20 ਦਿਨ ਰਹਿਣ ਦਿੱਤੀ ਸੀ। 20 ਦਿਨਾਂ ਬਾਅਦ ਇਹ ਜਾਂਚ, ਕਿਉਂਕਿ ਸਿੱਖ ਜਥੇਬੰਦੀਆਂ ਦੀ ਮੰਗ ਸੀ, ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦੇ ਮੁਖੀ ਹੁੰਦੇ ਸੀ, ਇਹਨਾਂ ਦੀ ਮੰਗ ਸੀ, ਆਮ ਆਦਮੀ ਪਾਰਟੀ ਦੀ ਮੰਗ ਸੀ। ਇਹ ਕਹਿੰਦੇ ਸੀ ਸਾਨੂੰ ਪੰਜਾਬ ਸਰਕਾਰ ਤੇ ਭਰੋਸਾ ਨਹੀਂ, ਇਹ ਜਾਂਚ CBI ਨੂੰ ਦੇ ਦਿਓ। ਹਾਲਾਂਕਿ ਬਾਅਦ ਚ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣੇ, ਫਿਰ ਬੜਾ ਭਰੋਸਾ ਹੋ ਗਿਆ ਪੰਜਾਬ ਪੁਲਿਸ ਤੇ, ਜਾਂਚ ਵਾਪਸ ਆ ਗਈ ਔਰ ਬਹੁਤ ਦੇਰ ਨੂਰਾਕਸ਼ੀ ਚੱਲਦੀ ਰਹੀ ਮੋਹਾਲੀ ਕੋਰਟ ਦੇ ਵਿੱਚ। CBI ਕਹਿੰਦੀ ਸੀ ਅਸੀਂ ਜਾਂਚ ਕਰਾਂਗੇ, ਪੰਜਾਬ ਸਰਕਾਰ ਕਹਿੰਦੀ ਸੀ ਅਸੀਂ ਜਾਂਚ ਕਰਾਂਗੇ, ਔਰ ਮੈਂ ਬਤੌਰ ਵਕੀਲ ਉਹਦੇ 'ਚ ਆਪ ਪੇਸ਼ ਹੋਇਆ, ਜਾ ਕੇ ਐਪਲੀਕੇਸ਼ਨ ਲਾਈ ਕਿ ਭਾਈ ਸਾਡਾ ਮਕਸਦ ਨਹੀਂ ਕਿ ਜਾਂਚ CBI ਕਰੇ ਜਾਂ ਪੰਜਾਬ ਸਰਕਾਰ ਕਰੇ, ਇਹ ਜਾਂਚ ਦੇ ਵਿੱਚ ਡਿਲੇ ਨਾ ਕਰੋ, ਦੋਸ਼ੀਆਂ ਨੂੰ ਲੋਕਾਂ ਦੇ ਸਾਹਮਣੇ ਲਿਆਓ। ਪਰ ਕੀ ਅੱਜ ਤੱਕ ਦੋਸ਼ੀ ਲੋਕਾਂ ਦੇ ਸਾਹਮਣੇ ਆ ਗਏ? ਔਰ ਜਿਹੜੇ ਅਕਾਲੀ ਦਲ ਨੂੰ ਇਹ ਸਵਾਲ ਕਰਦੇ ਨੇ, ਮੈਂ ਅੱਜ ਵੀ ਕਹਿਣਾ ਕਿ ਇਹ ਸਾਰੀ ਜਾਂਚ ਦੇ ਦੌਰਾਨ ਇੱਕ SIT ਸੀ ਰਣਵੀਰ ਖੱਟੜਾ ਸਾਹਿਬ ਦੀ। ਸ਼ਾਇਦ ਉਹ ਆਫਿਸਰ ਤਿੰਨਾਂ ਸਰਕਾਰਾਂ ਦੇ ਵਿੱਚ ਨਾਨ ਕੰਟਰੋਵਰਸ਼ੀਅਲ ਰਹੇ ਨੇ। ਅਕਾਲੀ ਦਲ ਦੀ ਸਰਕਾਰ ਨੇ, ਸਰਦਾਰ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਨੂੰ SIT ਬਣਾਇਆ ਚੀਫ। ਕਾਂਗਰਸ ਦੀ ਸਰਕਾਰ ਦੇ ਵਿੱਚ ਵੀ ਕੰਮ ਕੀਤਾ, ਕੋਈ ਕਿੰਤੂ ਪਰੰਤੂ ਨਹੀਂ। ਆਮ ਆਦਮੀ ਪਾਰਟੀ ਦੀ ਸਰਕਾਰ 'ਚ ਵੀ ਕੰਮ ਕੀਤਾ, ਕੋਈ ਕਿੰਤੂ ਪਰੰਤੂ ਨਹੀਂ। ਮਲਕੇ ਦੀ ਇੱਕ ਇਨਵੈਸਟੀਗੇਸ਼ਨ ਸੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ, ਉਹ CBI ਨੂੰ ਨਹੀਂ ਭੇਜੀ। ਔਰ ਖੱਟੜਾ ਸਾਹਿਬ ਨੇ ਔਨ ਰਿਕਾਰਡ ਇਹ ਗੱਲ ਕਹੀ ਹੈ ਕਿ ਮੈਂ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਕਿਹਾ ਕਿ ਸੈਂਟਰਲ ਏਜੰਸੀਆਂ ਕਈ ਵਾਰ ਢਿੱਲ ਕਰ ਜਾਂਦੀਆਂ ਨੇ, ਆਪਾਂ ਪੰਜਾਬ ਦੇ ਵਿੱਚ ਇੱਕ ਜਾਂਚ ਰੱਖੀ। ਔਰ ਮੇਰੇ ਕਹਿਣ ਤੇ ਉਹਨਾਂ ਨੇ, ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸਹਿਮਤੀ ਦਿੱਤੀ ਕਿ ਠੀਕ ਹੈ ਤੁਸੀਂ ਇਹਨੂੰ ਇਨਵੈਸਟੀਗੇਟ ਕਰੋ। ਜਾਂਚ ਅਸੀਂ ਨਹੀਂ ਭੇਜੀ ਤੇ ਕੱਲਾ ਉਹੀ ਇੱਕ ਕੇਸ ਹੈ ਜਿਹਦੇ 'ਚ ਸਜ਼ਾਵਾਂ ਹੋਈਆਂ ਨੇ। ਇਸ ਗੱਲ ਦਾ ਕੋਈ ਜਵਾਬ ਹੈ ਕਿਸੇ ਕੋਲੇ? ਮੈਂ ਔਨ ਰਿਕਾਰਡ ਗੱਲ ਕਰੂੰਗਾ। ਹਾਲਾਂਕਿ ਉਹਨਾਂ ਨੇ ਕੱਲ, ਜਿਨ੍ਹਾਂ ਨੂੰ ਇਹਨਾਂ ਦਾ ਆਮ ਆਦਮੀ ਪਾਰਟੀ ਦਾ ਸਪੋਕਸਪਰਸਨ ਬੇਦੋਸ਼ਾ ਦੱਸ ਰਿਹਾ ਸੀ, ਖੱਟੜਾ ਸਾਹਿਬ ਨੇ ਅਕਾਲ ਤਖਤ ਸਾਹਿਬ ਸਨਮੁਖ ਹੋ ਕੇ ਉਹਨਾਂ ਨੇ ਵੀ ਉਹਨਾਂ ਤੇ ਗੱਲਾਂ ਕੀਤੀਆਂ ਹੋਈਆਂ ਨੇ। ਮੈਂ ਨਹੀਂ ਜਾਊਂਗਾ, ਮੈਂ ਇਲਜ਼ਾਮ ਤਰਾਸ਼ੀ 'ਚ ਨਹੀਂ ਜਾਊਂਦਾ, ਪਰ ਇੱਕ ਫੈਕਟ ਇਹ ਹੈ ਕਿ ਮਲਕੇ ਦੇ ਵਿੱਚ ਜਿਹੜੀ SIT ਸੀ ਉਹ ਸ਼੍ਰੋਮਣੀ ਅਕਾਲੀ ਦਲ ਨੇ ਬਣਾਈ। ਉਹ ਸ਼੍ਰੋਮਣੀ ਅਕਾਲੀ ਦਲ ਦੇ ਸਰਦਾਰ ਸੁਖਬੀਰ ਸਿੰਘ ਬਾਦਲ ਬੀਂਗ ਹੋਮ ਮਿਨਿਸਟਰ ਬਣਾਈ, ਤੇ ਇੱਕੋ ਹੀ ਕੇਸ ਹੈ ਜਿਹਦੇ 'ਚ ਅੱਜ ਤੱਕ ਸਜ਼ਾਵਾਂ ਹੋਈਆਂ ਨੇ। ਹਾਲਾਂਕਿ ਉਹਨਾਂ ਨੂੰ ਮੈਂ ਕਾਫੀ ਨਹੀਂ ਮੰਨਦਾ, ਪਰ ਜੇ ਕਿਤੇ ਮਾੜਾ ਮੋਟਾ ਮਰਮ ਲੱਗਿਆ ਤਾਂ ਉਸੇ SIT ਨੇ ਲਾਇਆ ਹੈ। ਕੋਈ ਸਵਾਲ ਕਿਸੇ ਦਾ ਉਸ SIT ਤੇ ਹੈ? ਕੋਈ ਜਵਾਬ ਇਸ ਗੱਲ ਦਾ? ਗੱਲਾਂ ਦੇਖੋ ਆਪਾਂ ਬਹੁਤ ਕਰ ਲੈਂਦੇ ਆ, ਪਰ ਉਹ ਗੱਲਾਂ ਨੂੰ ਫੈਕਚੁਅਲੀ ਅਸੀਂ ਕਰਨ ਤੋਂ ਕਈ ਵਾਰੀ ਪਿੱਛੇ ਹਟ ਜਾਂਦੇ। ਸਨਮੁਖ ਹੋਏ। ਮੇਰਾ ਸਿਰਫ ਇਹ ਹੈ ਪ੍ਰਸ਼ਨ ਕਿ ਕੋਈ ਵਿਰੋਧੀ ਜਿਹੜੀਆਂ ਸ਼ਖਸੀਅਤਾਂ ਨੇ, ਪੰਥਕ ਸ਼ਖਸੀਅਤਾਂ ਜਿਹੜੀਆਂ ਨੇ, ਉਹ ਇਹ ਕਹਿ ਰਹੀਆਂ ਨੇ ਕਿ ਜਿਹੜੀ ਪੰਥਕ ਮਰਿਆਦਾ ਜਿਹੜੀ ਹੈ ਉਹ ਅਕਾਲ ਤਖਤ ਵੱਲੋਂ ਜਿਹੜੀ ਹੈ ਇਹ ਮਾਫੀਨਾਮਾ, ਉਹਨਾਂ ਨੂੰ ਉੱਥੇ ਹੁਕਮਨਾਮਾ ਜਾਰੀ ਹੁੰਦਾ, ਉਹਨਾਂ ਉੱਤੇ ਪੇਸ਼ ਹੁੰਦੇ, ਉਹ ਉਹਨਾਂ ਨੂੰ ਮਾਫ ਕਰਦੇ ਨਾ ਕਰਦੇ, ਸਜ਼ਾ ਸੁਣਾਉਂਦੇ, ਮਤਲਬ ਉਹ ਜਿਹੜਾ ਪ੍ਰੋਸੀਜਰ ਸੀਗਾ ਪੰਥਕ ਜਿਹੜੀ ਮਰਿਆਦਾ ਜਿਹੜੀ ਹੈ ਉਹਦੇ ਮੁਤਾਬਕ ਨਹੀਂ ਹੈ ਅਕਾਲ ਤਖਤ ਸਾਹਿਬ ਦੇ ਉੱਤੇ। ਮੈਂ ਤੁਹਾਨੂੰ ਇੱਕ ਗੱਲ ਕਹਿਣਾ ਜੀ, ਪਹਿਲਾਂ ਵੀ ਕੋਈ ਸ਼ਖਸੀਅਤਾਂ ਇਸ ਤਰ੍ਹਾਂ ਕੱਲ ਸ਼੍ਰੋਮਣੀ ਅਕਾਲੀ ਦਲ ਦਾ 103ਵਾਂ ਸਥਾਪਨਾ ਦਿਵਸ ਸੀ। ਉਹ ਸਥਾਪਨਾ ਦਿਵਸ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਕੌਮ ਨੂੰ, ਪੰਜਾਬੀਆਂ ਨੂੰ, ਸ਼੍ਰੋਮਣੀ ਅਕਾਲੀ ਦਲ ਦੇ ਲੀਡਰਸ ਨੂੰ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਸ ਨੂੰ ਸੰਬੋਧਿਤ ਹੋ ਰਹੇ ਸੀ। ਉਹ ਸੰਬੋਧਨ ਦੇ ਵਿੱਚ ਉਹਨਾਂ ਨੇ ਆਪਣੀ ਭਾਵਨਾ ਉੱਥੇ ਦਿੱਤੀ, ਕਿਉਂਕਿ ਜਿਹੜੀ ਗੱਲਾਂ ਉਹਨਾਂ ਨੇ ਕੀਤੀਆਂ, ਉਹ ਕਹਿੰਦੇ ਕਿ ਜੀ ਆਪਣੇ ਅੰਤ ਸਮੇਂ ਤੱਕ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੂੰ ਹਮੇਸ਼ਾ ਇਸ ਗੱਲ ਦਾ ਦੁੱਖ ਰਿਹਾ ਕਿ ਮੇਰੀ ਸਰਕਾਰ ਦੇ ਵਿੱਚ ਬੇਅਦਬੀਆਂ ਹੋਈਆਂ। ਔਰ ਕੱਲ ਸ਼ਾਇਦ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਦੇ ਅਕਾਲ ਚਲਾਣੇ ਤੋਂ ਬਾਅਦ ਜਿਹੜਾ 103ਵਾਂ ਇਹ ਪਹਿਲਾ ਐਸਾ ਇਵੈਂਟ ਸੀ ਜਿਹਦੇ 'ਚ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਡੇ ਵਿੱਚ ਨਹੀਂ ਸੀ। ਤਾਂ ਉਹਨਾਂ ਨੂੰ ਯਾਦ ਕਰਦਿਆਂ ਉਹਨਾਂ ਨੇ ਇਹ ਗੱਲਾਂ ਉੱਥੇ ਕੀਤੀਆਂ। ਔਰ ਉਹਨਾਂ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਹਾਜ਼ਰ ਨਾਜ਼ਰ ਜਾਣ ਕੇ ਉੱਥੇ ਪੰਥ ਕੋਲੋਂ, ਉੱਥੇ ਅਕਾਲ ਤਖਤ ਸਾਹਿਬ ਕੋਲੋਂ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਕੀਤੀ ਹੈ। ਸੋ ਮੈਨੂੰ ਇੱਕ ਇਹ ਲੱਗਦਾ ਹੈ ਕਿ ਬਤੌਰ ਸਿੱਖ ਇਹੀ ਕਰ ਸਕਦੇ ਸੀ ਉਹ, ਕਿਉਂਕਿ ਉੱਥੇ ਅਕਾਲ ਤਖਤ ਸਾਹਿਬ ਤੇ ਆਪਣੀ ਅਰਦਾਸ ਦੇ ਵਿੱਚ ਜਿਸ ਤਰੀਕੇ ਉਹਨਾਂ ਨੇ ਮਾਫੀ ਮੰਗੀ ਹੈ। ਅੱਗੇ ਤਾਂ ਹੁਣ ਪੰਥ ਦੀ ਗੱਲ ਹੈ, ਅੱਗੇ ਤਾਂ ਆਪਾਂ ਪੰਥ ਤੇ ਛੱਡੀਏ। ਸਰਦਾਰ ਸੁਖਬੀਰ ਸਿੰਘ ਬਾਦਲ ਨੇ ਬਹੁਤ ਭਾਵਨਾਤਮਕ ਤੌਰ ਤੇ ਇਹ ਗੱਲ ਕਹੀ ਹੈ। ਔਰ ਮੈਂ ਕੱਲ ਦਾ ਦੇਖ ਰਿਹਾ ਕਿ ਲੋਕਾਂ ਨੇ ਕਿਤੇ ਨਾ ਕਿਤੇ
ਉਹਦਾ ਬਹੁਤ ਪੋਜ਼ਿਟਿਵ ਹੁੰਗਾਰਾ ਦਿੱਤਾ, ਪ੍ਰਵਾਨ ਕੀਤਾ, ਕਿਉਂਕਿ ਆਹੀ ਸਾਡੀਆਂ ਮਰਿਆਦਾ ਨੇ। ਸਾਰਾ ਸੰਤ ਸਮਾਜ ਵੀ ਇਸੇ ਗੱਲ ਤੇ ਕਹਿ ਰਿਹਾ ਕਿ ਸਿੱਖੀ ਦੇ ਵਿੱਚ ਇਹੀ ਇੱਕ ਚੀਜ਼ ਹੈ, ਔਰ ਮਾਫੀ ਇੱਕ ਵੱਡੀ ਗੱਲ ਹੈ। ਔਰ ਇਹ ਚੀਜ਼ ਨੂੰ ਉਹਨਾਂ ਨੇ ਬਹੁਤ ਨਿਮਾਣੇ ਤੌਰ ਤੇ ਔਰ ਬਿਲਕੁਲ ਨੌਨ ਪੋਲੀਟੀਕਲ ਹੋ ਕੇ ਇਹ ਗੱਲਾਂ ਉੱਥੇ ਉਹਨਾਂ ਨੇ ਕੀਤੀ। ਕਲੇਰ ਸਾਹਿਬ, ਅਕਸਰ ਬਾਣੀ ਦੇ ਵਿੱਚ ਵੀ ਕਹਿੰਦੇ ਅਖਬਾਰ ਉਹ ਸਭ ਮਿਲेंगे, ਵੱਡੇ ਸਰਨ ਜੋ ਹੋਏ ਅਕਾਲੀ ਦਲ ਇਕੱਠਾ ਨਜ਼ਰ ਆਵੇਗਾ, ਪਹੁੰਚ ਕਰੇਗਾ, ਅਕਾਲੀ ਦਲ ਦੇ ਪ੍ਰਧਾਨ ਪਹੁੰਚ ਕਰਨਗੇ ਕਿ ਜਿਹੜੇ ਛੱਡ ਚੁੱਕੇ ਅਕਾਲੀ ਦਲ ਨੂੰ ਜਾਂ ਨਾਰਾਜ਼ ਉਹਨਾਂ ਤੱਕ ਪਹੁੰਚ ਕੀਤੀ ਜਾਵੇ, ਕਿਉਂਕਿ ਕੱਲ੍ਹ ਢੀਂਡਸਾ ਸਾਹਿਬ ਦੀ ਸਟੇਟਮੈਂਟ ਵੀ ਇਹ ਆਈ, ਦਾਦੂਵਾਲ ਸਾਹਿਬ ਨੇ ਕਿਹਾ ਕਿ ਮਾਫੀ ਮੰਗਣਾ ਤੇ ਸਿੱਖ ਪੰਥ ਦੀ ਹਮੇਸ਼ਾ ਜਿਹੜੀ ਹੈਗੀ ਆ ਉਹ ਨਿਮਾਣੇ ਸਿੱਖ ਵਜੋਂ ਹਰੇਕ ਮੰਗਦਾ ਰਿਹਾ ਜੀ। ਦੇਖੋ, ਮੈਂ ਅੱਜ ਇਹ ਗੱਲ ਕਹਿਣਾ ਕਿ ਜੋ ਕੱਲ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਕਿਹਾ, ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਇੱਕ ਜਿਹੜੀ ਦੂਜੀ ਵੱਡੀ ਗੱਲ ਕਹੀ ਹੈ, ਉਹੀ ਹੈ ਕਿ ਜੇ ਮੇਰੇ ਕਰਕੇ ਕਿਸੇ ਦਾ ਦਿਲ ਦੁਖਿਆ ਮੈਂ ਉਹ ਤੋਂ ਮਾਫੀ ਮੰਗਦਾ। ਪਰ ਅੱਜ ਜਿਹੜਾ ਸਮਾਂ, ਉਹ ਸਮਾਂ ਪੰਥ ਬਚਾਉਣ ਦਾ, ਉਹ ਸਮਾਂ ਸੰਸਥਾਵਾਂ ਬਚਾਉਣ ਦਾ, ਕਿਉਂਕਿ ਹੁਣ ਸਾਡੀਆਂ ਸੰਸਥਾਵਾਂ ਦੇ ਉੱਤੇ ਹਮਲਾ ਸ਼ੁਰੂ ਹੋ ਗਿਆ। ਸੁਲਤਾਨਪੁਰ ਲੋਧੀ ਦੇ ਵਿੱਚ ਮੈਂ ਗੱਲ ਮੰਨਦਾ ਕਿ ਦੋ ਜਥੇਬੰਦੀਆਂ ਦਾ ਟਕਰਾਅ ਸੀ, ਉਹ ਜਥੇਬੰਦੀਆਂ ਉਹਨੂੰ ਆਪਣੇ ਤੌਰ ਤੇ ਵੀ ਨਜਿੱਠ ਸਕਦੀਆਂ ਸੀ। ਉੱਥੇ ਕੋਈ ਲਾਅ ਐਂਡ ਆਰਡਰ ਦੀ ਐਸੀ ਸਿਚੁਏਸ਼ਨ ਨਹੀਂ ਸੀ ਕਿ ਸਵੇਰੇ ਪੁਲਿਸ ਉੱਥੇ ਇਸ ਤਰੀਕੇ ਅੰਧਾਧੁੰਦ ਫਾਇਰਿੰਗ ਕਰਦੀ। ਪਰ ਕਿਉਂਕਿ ਇਹ ਸੰਸਥਾਵਾਂ ਦੇ ਉੱਤੇ ਹਮਲਾ, ਕੀ ਹੁਣ ਗੁਰੂ ਘਰਾਂ ਦੇ ਉੱਤੇ ਇਸ ਤਰੀਕੇ ਕਾਬਜ਼ ਹੋਇਆ ਜਾਊਗਾ? ਸੋ ਜਿਸ ਤਰੀਕੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ, ਜਿਸ ਤਰੀਕੇ ਦੇ ਨਾਲ ਸਾਡੇ ਐਕਟ ਦੇ ਵਿੱਚ ਦਖਲਅੰਦਾਜ਼ੀ ਕੀਤੀ ਜਾ ਰਹੀ ਹੈ, ਜਿਸ ਤਰੀਕੇ ਦੇ ਨਾਲ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਗੋਲੀਆਂ ਚੱਲ ਰਹੀਆਂ ਨੇ, ਸੋ ਇਹ ਸਾਡੇ ਜਿਹੜੇ ਨਿੱਜੀ ਆਪਸ 'ਚ ਮਤਭੇਦ ਨੇ, ਇਹ ਸਾਡੇ ਪੰਥ ਦੇ ਉੱਤੇ, ਸਾਡੀ ਪੰਜਾਬ ਦੀ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਦੇ ਉੱਤੇ ਭਾਰੀ ਨਹੀਂ ਪੈਣੇ ਚਾਹੀਦੇ। ਸੋ ਉਹਨਾਂ ਨੇ ਕਿਹਾ ਕਿ ਅਗਰ ਮੇਰੇ ਕਰਕੇ ਕਿਸੇ ਨੂੰ ਕੋਈ ਨਾਰਾਜ਼ਗੀ ਹੈ, ਮੇਰੇ ਕਰਕੇ ਕਿਸੇ ਦਾ ਦਿਲ ਦੁਖੀ ਹੈ, ਮੈਂ ਸਿਰ ਝੁਕਾ ਕੇ ਮਾਫੀ ਮੰਗਦਾ। ਪਰ ਇੱਕ ਝੰਡੇ ਥੱਲੇ ਇਕੱਠੇ ਹੋਈਏ ਤੇ ਸੋਚੀਏ ਕਿ ਅਸੀਂ ਆਪਣੇ ਪੰਥ ਨੂੰ, ਆਪਣੀਆਂ ਸੰਸਥਾਵਾਂ ਨੂੰ, ਆਪਣੇ ਪੰਜਾਬ ਨੂੰ ਕਿੱਦਾਂ ਬਚਾਉਣਾ। ਜਿਹੜੇ ਆਗੂ ਦਾ ਜ਼ਿਕਰ ਕਰ ਰਹੇ ਜੀ, ਖਾਸ ਤੌਰ ਤੇ ਕੀਤੀ ਜਾਏ, ਕਿਉਂਕਿ ਕੱਲ ਜਿਹੜਾ ਢੀਂਡਸਾ ਸਾਹਿਬ ਦੀ ਸਟੇਟਮੈਂਟ ਆਈ, ਉਹ ਬੜਾ ਪੋਜ਼ਿਟਿਵ ਸਟੇਟਮੈਂਟ ਸੀਗੀ ਵਾਪਸੀ ਕਰਨ ਨੂੰ ਲੈ ਕੇ। ਉਹਨਾਂ ਨੇ ਕਿਹਾ ਕਿ ਮਾਫੀ ਮੰਗੀ, ਉਹਨਾਂ ਨੇ ਵੈਲਕਮ ਕੀਤਾ ਔਰ ਕਹਿੰਦੇ ਪ੍ਰਧਾਨ ਮੈਨੂੰ ਮਨਜ਼ੂਰ ਹੈ, ਜਾਣਗੇ ਸੁਖਬੀਰ ਜੀ ਮਿਲਣ। ਦੇਖੋ, ਸਰਦਾਰ ਸੁਖਦੇਵ ਸਿੰਘ ਜੀ ਢੀਂਡਸਾ ਸਾਹਿਬ ਦਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇੱਕ ਬਹੁਤ ਵੱਡਾ ਸਤਿਕਾਰ ਹੈ। ਔਰ ਢੀਂਡਸਾ ਸਾਹਿਬ ਚਾਹੇ ਅੱਜ ਉਹ ਆਪਣੇ ਵਿਚਾਰਾਂ ਕਰਕੇ ਸ਼੍ਰੋਮਣੀ ਅਕਾਲੀ ਦਲ ਤੋਂ ਅਲੱਗਾ ਖੜੇ ਨੇ, ਪਰ ਜਿਹੜੇ ਇੱਕ ਨਿੱਜੀ ਤਾਲੁਕਾਤ ਹੁੰਦੇ ਨੇ, ਇੱਕ ਨਿੱਜੀ ਰਿਸ਼ਤੇ ਹੁੰਦੇ ਨੇ, ਉਹ ਹਮੇਸ਼ਾ ਰਾਜਨੀਤੀ ਦੇ ਵਿੱਚ ਰਹਿੰਦੇ ਨੇ। ਔਰ ਸੁਖਬੀਰ ਬਾਦਲ ਸਾਹਿਬ ਮਿਲਦੇ ਨੇ, ਢੀਂਡਸਾ ਸਾਹਿਬ ਬਾਦਲ ਸਾਹਿਬ ਦੇ ਕਾਲ ਚਲਾਣੇ ਤੇ ਵੀ ਬਾਦਲ ਪਿੰਡ ਗਏ ਸੀ। ਸੋ ਸਤਿਕਾਰ ਦੇ ਵਿੱਚ ਕੋਈ ਉਹ ਨਹੀਂ। ਕੱਲ ਢੀਂਡਸਾ ਸਾਹਿਬ ਦਾ ਜਿਹੜਾ ਬਿਆਨ ਆਇਆ, ਮੈਂ ਉਹਨੂੰ ਬਹੁਤ ਇੱਕ ਪੋਜ਼ਿਟਿਵ ਬਿਆਨ ਕਹੂੰਗਾ। ਬਾਕੀ ਤਾਂ ਜੋ ਅੱਗੇ ਜਿਸ ਤਰੀਕੇ ਦੇ ਨਾਲ ਹਾਲਾਤ ਹੋਣਗੇ ਉਹ ਸਾਰਿਆਂ ਸਾਹਮਣੇ ਆਉਣਗੇ। ਪਰ ਜਿਹੜਾ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਕੱਲ ਦਾ ਮੰਤਵ ਹੈ, ਉਹ ਸਿਰਫ ਤੇ ਸਿਰਫ ਪੰਥ, ਪੰਜਾਬ ਤੇ ਅਮਨ ਤੇ ਸ਼ਾਂਤੀ ਤੇ ਭਾਈਚਾਰਕ ਸਾਂਝ ਨੂੰ ਬਚਾਉਣ ਦੇ ਵੱਲ ਕਦਮ ਹੈ। ਔਰ ਉਸ ਕਦਮ ਦੇ ਵਿੱਚ ਮੈਂ ਮੰਨੂਗਾ ਕਿ ਜਿੰਨੀਆਂ ਸਾਡੀਆਂ ਸ਼ਖਸੀਅਤਾਂ ਨੇ ਉਹ ਸਾਥ ਜ਼ਰੂਰ ਦੇਣਗੇ। ਪਹੁੰਚ ਕੀਤੀ ਜਾਏਗੀ ਘਰਾਂ ਤੱਕ ਜਾ ਕੇ, ਘੱਟੋ ਘੱਟ ਇੱਕ ਵਾਰੀ ਮੁਲਾਕਾਤ ਕਰ ਲਈ ਜਾਵੇ ਉਹਨਾਂ ਦੇ ਨਾਲ, ਕਿਉਂਕਿ ਢੀਂਡਸਾ ਸਾਹਿਬ ਸੀਨੀਅਰ ਵੀ ਨੇ, ਕਾਫੀ ਸਤਿਕਾਰਯੋਗ ਨੇ ਅਕਾਲੀ ਦਲ ਦੇ ਵਿੱਚ। ਦੇਖੋ, ਸ਼੍ਰੋਮਣੀ ਅਕਾਲੀ ਦਲ ਹਰ ਇੱਕ ਉਸ ਬੰਦੇ ਤੱਕ ਪਹੁੰਚ ਕਰੇਗਾ ਜਿਹੜਾ ਪੰਜਾਬ ਦੀ ਬਿਹਤਰੀ ਲਈ ਸੋਚਦਾ, ਔਰ ਢੀਂਡਸਾ ਸਾਹਿਬ ਵੀ ਉਹਨਾਂ ਚੋਂ ਇੱਕ ਨੇ ਜਿਹੜਾ ਪੰਜਾਬ ਦੀ ਬਿਹਤਰੀ ਲਈ ਸੋਚਦਾ, ਜੋ ਅੱਜ ਕੌਮ ਤੇ ਜਿਹੜੀ ਪੀੜ ਪਈ ਹੈ, ਜਿਹੜੇ ਉਹਦੇ ਬਾਰੇ ਸੋਚਦੇ ਨੇ। ਕਿਉਂਕਿ ਅੱਜ ਬੰਦੀ ਸਿੰਘਾਂ ਦਾ ਮੁੱਦਾ ਵੀ ਸਾਡੇ ਅੱਗੇ ਇੱਕ ਬਹੁਤ ਵੱਡਾ ਖੜਾ, ਔਰ ਐਸੇ ਵੱਡੇ ਮਸਲੇ ਜਿਹੜੇ ਦੇਸ਼ ਦੀ ਸਰਕਾਰਾਂ ਦੇ ਨਾਲ ਜਿਹੜੀ ਲੜਾਈ ਹੈ, ਉਹ ਤਾਂ ਹੀ ਜਿੱਤੇ ਜਾ ਸਕਦੇ ਨੇ, ਉਹਨਾਂ 'ਚ ਤਾਂ ਹੀ ਅਸੀਂ ਕੋਈ ਪੋਜ਼ਿਟਿਵ ਰਿਜ਼ਲਟ ਕੱਢ ਸਕਦੇ ਹਾਂ, ਜਦੋਂ ਅਸੀਂ ਇਕੱਠੇ ਹਾਂ ਤੇ ਸਾਡੀ ਤਾਕਤ ਹੈ ਜਿਹੜੀ, ਉਹ ਅਸੀਂ ਇਕਜੁੱਟ ਹੋ ਕੇ ਉਹ ਚੀਜ਼ਾਂ ਨੂੰ ਰਿਪਰੈਜ਼ੈਂਟ ਕਰੀਏ।